दस्तावेज यूट्यूब चैनल नाल जुड़े मेरे बहुत ही प्यारे दोस्तों, कुछ समा पहला मैं इस चैनल ते पंजाबी ਸਾਹਿਤ ਦੀਆਂ नवीं छपियां पुस्तकों बारे अपना एक कालम किताबां बोलदियां शुरू किया सी। कुछ तकनीकी कारणों ते मेरे रुझेविਆਂ कारण मैं इस कालम की निरंतरता नूं बरकरार ना रख सकिया, जिसका मैनूं अफसोस है। हुण मेरे कुछ दोस्तों की सलाह ते उन्हां दे प्यार सदका मैं एक कालम दोबारा शुरू करने का मन बनाया है। इस कालम की दूजी पारी की शुरुआत मैं अपने शायर ते आलोचक दोस्त डॉक्टर सुरिंदर कालों के साडे युग कवि शिव कुमार बटालवी के जीवन ते शायरी बारे लिखी पुस्तक तो शुरू करना चाहना है। इस पुस्तक के बहाने आपां साडे महबूब कवि के जीवन ते शायरी दे कुछ अनपढ़ते पन्ने पढ़तन की कोशिश करांगे। दोस्तों, तुसीं जानते हो कि किसी भी लेखक की ਸਾਹਿਤਕ ਸਿਰਜਣਾ 'ਚ ਉਸ ਦੇ ਨਿੱਜ ਦਾ ਦਖਲ ਜ਼ਰੂਰ ਹੁੰਦਾ ਹੈ। ਇਸ ਲਈ ਉਸ ਦੀ ਸਿਰਜਣਾਤਮਕਤਾ ਨੂੰ ਉਸ ਦੇ ਵਿਅਕਤੀਤਵ ਨਾਲੋਂ ਨਿਖੇੜ ਕੇ ਨਹੀਂ ਵਾਚਿਆ ਜਾ ਸਕਦਾ। ਇਸ ਸੰਦਰਭ 'ਚ ਜੇ ਬਿਰਹੋਂ ਦਾ ਸੁਲਤਾਨ ਕਹੇ ਜਾਣ ਵਾਲੇ ਸ਼ਾਇਰ शिव कुमार बटालवी की जीवन जांच ते काव्य सिरजना की गल करिए तो उसकी लोक नज़रां च प्रवान चढ़ी शायरी तो ਸਾਹਿਤਕ पाठकों लेखकों ते आलोचकों का पूरा ध्यान अपने वाल कीती है। पर उसके व्यक्तित्व विचलियां कुछ कमजोरियां उसकी समाजिक होंद ते कई तरह के सवाल खड़े करके उसकी ਸਾਹਿਤਕ देन विचली गंभीरता ते भी असर अंदाज होइयां विखाई देंदियां ने। उसके समकाली कवि ते लेखक दोस्त डॉक्टर सुरिंदर कालू ने उसकी काव्य कला का मुलांकन करदियां उसकी काव्य सिरजना ते व्यक्तित्व के समेल विचों जिहड़े तत्थ ते सिट्टे तलाश कीते ने वो पाठकों की जानकारी विच नवां वाधा करने वाले भी ने ते इस गल का भी खुलासा करते ने कि अपने व्यक्तित्व विचलियां इन्हां कमजोरियां के बावजूद वो अपनी शायरी विचली पारदर्शिता ते सूखम ख्याली सदका अज भी ਸਾਹਿਤਕ आकाश विच चन्न वांग चमक रहा है। लेखक शिव का दोस्त होने के नाते उस वालों दिन रात शराब पीण ते लैण देण का व्यवहार ठीक ना रखने की आदत के हक विच भावक दलीलबाजी नहीं करता, सगों खुले दिल नाल मनदा है कि जे शिव विच ये कमजोरियां ना होंदियां तां वो समाजी कौमी मसलियां नारी दुखांत ते जीवन के उच्चे नीचे पड़ावां दा मार्मक बयान सिरजण वाला होर भी दिल अजीज शायर साबित हो सकता सी। वो अरुणा नूं भर जवान उम्र च विधवा बनाउण ते मेहरबान के सिर तो पिता का साया उठाउण लई भी उसकी शराब पीण की आदत नूं ही जिम्मेवार मनता है।
ਭਾਵੇਂ ਉਹ ਸ਼ਿਵ ਨੂੰ ਸ਼ਰਾਬ ਦਾ ਪੱਕਾ ਆਦੀ ਬਣਾਉਣ ਦੇ ਸੰਬੰਧ 'ਚ ਬਟਾਲੇ ਦੇ ਕੁਝ ਪੂੰਜੀਪਤੀ ਕਾਰਖਾਨੇਦਾਰਾਂ ਨੂੰ ਵੀ ਦੋਸ਼ੀ ਮੰਨਦਾ ਹੈ, ਜਿਹੜੇ ਉਸ ਨੂੰ ਆਪਣੇ ਮਨੋਰੰਜਨ ਦਾ ਸਾਧਨ ਸਮਝਦਿਆਂ ਉਸ ਨੂੰ ਦਿਨ ਰਾਤ ਸ਼ਰਾਬ ਪਿਆਉਂਦੇ ਰਹੇ। ਪਰ ਇਸ ਨਾਲ ਸ਼ਿਵ ਆਪਣੇ ਤੇ ਲੱਗਦੇ ਦੋਸ਼ਾਂ ਤੋਂ ਮੁਕਤ ਨਹੀਂ ਹੋ ਜਾਂਦਾ। ਲੇਖਕ ਦੀ ਇਹ ਦਲੀਲ ਪੂਰੀ ਤਰ੍ਹਾਂ ਨਿਰਪੱਖ ਹੈ ਕਿ ਭਾਰਤੀ ਪਰਿਪੇਖ ਵਿੱਚ ਆਪਣੇ ਸਮਾਜਿਕ ਤੇ ਪਰਿਵਾਰਕ ਫਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਉਣ ਵਾਲੇ ਚੰਗੇ ਕਲਮਕਾਰਾਂ ਦੀ ਕਦੇ ਵੀ ਘਾਟ ਨਹੀਂ ਰਹੀ। ਇਸ ਲਈ ਚੰਗਾ ਲਿਖਣ ਬਦਲੇ ਸ਼ਿਵ ਨੂੰ ਆਪਣੇ ਸਮਾਜਿਕ ਜੀਵਨ ਵਿੱਚ ਕੋਈ ਵਿਸ਼ੇਸ਼ ਛੋਟ ਦੇਣੀ ਵਾਜਬ ਨਹੀਂ ਹੈ। ਦੋਸਤੋ, ਮਹਾਨਤਾ ਦੇ ਨੇੜੇ ਪਹੁੰਚੇ ਕਿਸੇ ਕਵੀ ਦੇ ਕਾਵਿ-ਬੋਧ ਦੀ ਪ੍ਰਭਾਵੀ ਸਮਰੱਥਾ ਦੀ ਸਮੁੱਚਤਾ ਨੂੰ ਕਲਮਬੱਧ ਕਰਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਵੀ ਹੁੰਦਾ ਹੈ। ਪਰ ਸ਼ਿਵ ਨਾਲ ਰਹੀ ਨੇੜਤਾ ਸਦਕਾ ਇਸ ਪੁਸਤਕ ਦਾ ਲੇਖਕ ਸ਼ਿਵ ਕਾਵਿ ਦੇ ਬਹੁਤ ਸਾਰੇ ਅਣਪਰਤੇ ਪੰਨਿਆਂ ਨੂੰ ਪਰਤਣ 'ਚ ਕਾਮਯਾਬ ਹੈ। ਉਹ ਇਸ ਗੱਲ ਦਾ ਚਸ਼ਮਦੀਦ ਗਵਾਹ ਹੈ ਕਿ ਲੋਕ ਹਰਮਨ ਪਿਆਰਤਾ ਦੀਆਂ ਬੁਲੰਦੀਆਂ ਤੇ ਪਹੁੰਚੀ ਸ਼ਿਵ ਦੀ ਸ਼ਾਇਰੀ ਕਿਵੇਂ ਉਸ ਦੇ ਸਮਕਾਲੀਆਂ ਨੂੰ ਈਰਖਾ ਦੀ ਅੱਗ ਵਿੱਚ ਸਾੜਦੀ ਰਹੀ ਤੇ ਕਿਵੇਂ ਉਹ ਉਸ ਦੀ ਕਵਿਤਾ ਨੂੰ ਨਕਾਰਨ ਦੇ ਮੌਕੇ ਤਲਾਸ਼ਦੇ ਰਹੇ। ਲੇਖਕ ਬੇਬਾਕ ਬਿਆਨੀ ਕਰਦਾ ਆਖਦਾ ਹੈ, ਉਹਦੇ ਵੱਡੇ ਨਿੰਦਕ ਸਮਕਾਲੀ ਕਵਿਤਾ ਲਿਖਣ ਵਾਲੇ ਹੀ ਸਨ, ਜਿਹੜੇ ਉਸ ਦੇ ਹੁੰਦਿਆਂ ਕਿਧਰੇ ਵੀ ਟਿਕ ਸਕਣ ਦੇ ਯੋਗ ਨਹੀਂ ਸਨ ਹੁੰਦੇ, ਤੇ ਜਦੋਂ ਉਹ ਸਿਫਰ ਹੋ ਜਾਂਦੇ ਫਿਰ ਉਹ ਸ਼ਿਵ ਵਿੱਚੋਂ ਨੁਕਸ ਤਲਾਸ਼ਣ ਲੱਗਦੇ ਤੇ ਨਿੰਦਿਆ ਰਸ ਵਿੱਚ ਡੁੱਬ ਜਾਂਦੇ। ਇਹ ਡਾਕਟਰ ਕਾਹਲੋਂ ਦੇ ਸਾਹਿਤਕ ਦ੍ਰਿਸ਼ਟੀਕੋਣ ਵੱਲੋਂ ਕੀਤਾ ਨਿਆਂ ਹੈ ਕਿ ਉਹ ਸ਼ਿਵ ਨੂੰ ਉਸ ਅੰਦਰਲੇ ਸਾਰੇ ਗੁਣਾਂ ਅਵਗੁਣਾਂ ਸਮੇਤ ਬਿਲਕੁਲ ਉਸੇ ਤਰ੍ਹਾਂ ਚਿਤਰਿਆ ਹੈ ਜਿਹੋ ਜਿਹਾ ਉਹ ਹਕੀਕਤ ਵਿੱਚ ਸੀ। ਜੇ ਉਸ ਦੇ ਸਮਕਾਲੀ ਉਸ ਨਾਲ ਈਰਖਾ ਕਰਦੇ ਸਨ ਤਾਂ ਉਹ ਵੀ ਕਿਸੇ ਵੇਲੇ ਉਹਨਾਂ ਨੂੰ ਬਿਨਾਂ ਯੋਗਤਾ ਤੋਂ ਸਾਹਿਤਕ ਸਮਾਗਮਾਂ ਦੀ ਪ੍ਰਧਾਨਗੀ ਕਰਦਿਆਂ ਵੇਖ ਕੇ ਤਲਖੀ 'ਚ ਆ ਜਾਂਦਾ ਸੀ ਤੇ ਕਵੀ ਦਰਬਾਰਾਂ ਦੇ ਸੰਚਾਲਕਾਂ ਅੱਗੇ ਆਪਣੀ ਕਵਿਤਾ ਪਾਠ ਦੀ ਤੁਰੰਤ ਨਕਦ ਅਦਾਇਗੀ ਕੀਤੇ ਜਾਣ ਦੀ ਮੰਗ ਰੱਖ ਦਿੰਦਾ ਸੀ। ਸਰਕਾਰੀ ਨੌਕਰੀ ਤੇ ਹੁੰਦਿਆਂ ਵੀ ਉਸ ਦੀ ਫਾਕਾ ਮਸਤੀ ਦਾ ਇਹ ਹਾਲ ਸੀ ਕਿ ਸਾਹਿਤ ਅਕਾਦਮੀ ਦਾ ਇਨਾਮ ਮਿਲਣ ਤੋਂ ਬਾਅਦ ਉਸ ਕੋਲ ਦਿੱਲੀ ਜਾਣ ਦਾ ਕਿਰਾਇਆ ਨਹੀਂ ਸੀ। ਜੇ ਉਸਦੇ ਦੋਸਤ ਹਕੀਮ ਬਾਵੇ ਨੇ ਉਸ ਨੂੰ ਦਿੱਲੀ ਪਹੁੰਚਣ ਲਈ 65 ਰੁਪਏ ਉਧਾਰ ਦਿੱਤੇ ਤਾਂ ਇਹ ਕਰਜ਼ ਉਹ ਸਾਰੀ ਉਮਰ ਮੋੜ ਨਾ ਸਕਿਆ। ਆਪਣੇ ਘਰ ਵਾਲਿਆਂ ਨਾਲ ਉਹਦੀ ਬਿਲਕੁਲ ਨਹੀਂ ਸੀ ਬਣਦੀ ਤੇ ਉਹ ਘਰੋਂ ਬਾਹਰ ਹੋਇਆ ਆਪਣੇ ਮਿੱਤਰਾਂ ਕੋਲ ਹੀ ਆਰਜੀ ਠਹਿਰਾਂ ਤੇ ਟਿਕਾਣੇ ਭਾਲਦਾ ਰਹਿੰਦਾ ਸੀ। ਉਸ ਦੇ ਅੰਤਮ ਸਮੇਂ ਵਿੱਚ ਉਸ ਦੀ ਸਾਂਭ ਸੰਭਾਲ ਜੇ ਉਸ ਦੇ ਘਰ ਵਾਲਿਆਂ ਦੀ ਬਜਾਏ ਉਸ ਦੇ ਸਹੁਰੇ ਪਰਿਵਾਰ ਨੇ ਕੀਤੀ ਹੈ ਤਾਂ ਇਸ ਵਿੱਚ ਵੀ ਕਿਸੇ ਹੱਦ ਤੱਕ ਉਸ ਦੀ ਇਹੀ ਫਾਕਾ ਮਸਤੀ ਤੇ ਬੇਪਰਵਾਹੀ ਜ਼ਿੰਮੇਵਾਰ ਹੈ। ਪੁਸਤਕ ਵਿੱਚ ਸ਼ਾਇਰੀ ਦਾ ਸਰੂਰ ਸਿਰਲੇਖ ਹੇਠ ਲਿਖੇ ਲੇਖ ਉਸ ਦੀ ਸ਼ਾਇਰੀ ਦੀਆਂ ਸੰਵੇਦਨਾਤਮਕ ਪਰਤਾਂ ਪਰਤਦੇ ਨੇ ਤਾਂ ਇਸ ਵਿੱਚੋਂ ਬਿਰਹੋਂ, ਕਰੂਨਾ, ਵਿਯੋਗ ਤੇ ਹੌਕੇ ਹਾਵਿਆਂ ਤੋਂ ਇਲਾਵਾ
ਮਨੁੱਖੀ ਜੀਵਨ ਨੂੰ ਗਹਿਰਾਈ ਤੱਕ ਸਮਝਣ ਵਾਲੀ ਨਵੀਂ ਦ੍ਰਿਸ਼ਟੀ ਦੀ ਝਲਕ ਵੀ ਮਿਲਦੀ ਹੈ। ਕਾਵਿ ਸਿਰਜਣਾ ਦੇ ਇੱਕ ਪੜਾਅ 'ਤੇ ਉਸ ਅੰਦਰ ਵਿਕਸਿਤ ਹੋਈ ਸਮਾਜਿਕ ਚੇਤਨਾ ਆਪਣੀ ਪੁਰਾਣੀ ਅੱਖ ਤੇ ਸੋਚ ਨੂੰ ਤਿਆਗਣ ਤੇ ਨਵੀਂ ਅੱਖ ਰਾਹੀਂ ਜੀਵਨ ਦੇ ਨਵੇਂ ਰੰਗ ਵੇਖਣ ਦੀ ਹਾਮੀ ਵੀ ਭਰਦੀ ਹੈ। ਉਸ ਦੀ ਸ਼ਾਇਰੀ ਨਾਰੀ ਹੱਕਾਂ ਲਈ ਆਵਾਜ਼ ਬਣਦੀ ਹੈ ਤੇ ਚੀਨ ਦੇ ਹਮਲੇ ਸਮੇਂ ਸਾਮਰਾਜੀ ਨੀਤੀਆਂ ਦਾ ਵਿਰੋਧ ਕਰਦਿਆਂ ਅਮਨ ਦਾ ਹੋਕਾ ਵੀ ਦਿੰਦੀ ਹੈ। ਉਸ ਦੀ ਕਵਿਤਾ ਮੁਹੱਬਤ ਨੂੰ ਕੰਡਿਆਲੀ ਥੋੜ ਦਾ ਨਾਂ ਦੇ ਕੇ ਇਸ ਵਿਚਲੀਆਂ ਧਰਮ, ਭਾਸ਼ਾ ਤੇ ਜਾਤ ਪਾਤ ਦੀਆਂ ਰੁਕਾਵਟਾਂ ਨੂੰ ਦੂਰ ਕਰਨਾ ਵੀ ਲੋਚਦੀ ਹੈ ਤੇ ਹਰ ਯੁੱਗ ਵਿੱਚ ਹੀਰਾਂ ਦੀਆਂ ਡੋਡੀਆਂ ਰਾਂਝਿਆਂ ਦੀ ਥਾਂ ਸੈਦੋਆਂ ਦੇ ਘਰ ਜਾਂਦੀਆਂ ਵੇਖ ਕੇ ਕਰਲਾਉਂਦੀ ਵੀ ਹੈ। ਉਹ ਗਮਾਂ ਦੀ ਲੰਮੀ ਰਾਤ ਦਾ ਮੁਕਾਬਲਾ ਕਰਨ ਲਈ ਆਪਣੇ ਗੀਤਾਂ ਨੂੰ ਕਾਲੀ ਬੋਲੀ ਰਾਤ ਦਾ ਸੰਗੀ ਬਣਾਉਂਦਾ ਹੈ ਤੇ ਹੌਸਲਾ ਬੱਧ ਰੂਪ ਵਿੱਚ ਹਨੇਰਿਆਂ ਦਾ ਸਾਹਮਣਾ ਕਰਨਾ ਵੀ ਲੋਚਦਾ ਹੈ। ਭਾਵੇਂ ਈਰਖਾਵਸ ਉਹਦੀ ਸ਼ਾਇਰੀ ਦੀ ਨਿੰਦਿਆ ਕਰਨ ਵਾਲੇ ਉਹਦੇ ਸਮਕਾਲੀਆਂ ਵੱਲੋਂ ਉਸ ਵੱਲੋਂ ਗੀਤਾਂ ਦੇ ਨੈਣ ਹੋਣ ਦੀ ਕਲਪਨਾ ਨੂੰ ਗੈਰ ਯਥਾਰਥਕ ਸਿੱਧ ਕਰਨ ਲਈ ਕੋਈ ਕਸਰ ਬਾਕੀ ਨਹੀਂ ਰੱਖਦੇ, ਪਰ ਉਸ ਨੂੰ ਚਾਹੁਣ ਵਾਲਿਆਂ ਨੇ ਅੱਧੀ ਰਾਤੀ ਉੱਠ ਕੇ ਮੋਏ ਮਿੱਤਰਾਂ ਨੂੰ ਰੋਣ ਵਾਲੇ ਉਸ ਦੇ ਗੀਤਾਂ ਦੇ ਦਰਦ ਨੂੰ ਪਛਾਣਿਆ ਵੀ ਹੈ ਤੇ ਇਹਨਾਂ ਵਿੱਚੋਂ ਬਿਰਹੋਂ ਦੀ ਰੜਕ ਵੀ ਮਹਿਸੂਸ ਕੀਤੀ ਹੈ। ਪੰਜਾਬੀਆਂ ਦੀ ਜ਼ੁਬਾਨ 'ਤੇ ਚੜ੍ਹੀ ਉਸ ਦੀ ਕਵਿਤਾ ਪੀੜਾਂ ਦਾ ਪਰਾਗਾ ਪੁਰਾਣੇ ਪੰਜਾਬੀ ਸੱਭਿਆਚਾਰ ਦੀਆਂ ਰਵਾਇਤਾਂ ਦੀ ਪੁਨਰ ਪੇਸ਼ਕਾਰੀ ਕਰਦਿਆਂ ਉਸ ਦੇ ਨਿੱਜ ਨਾਲ ਜੁੜੀਆਂ ਪੀੜਾਂ ਨੂੰ ਸਮੁੱਚੀ ਮਾਨਵਤਾ ਦੀਆਂ ਪੀੜਾਂ ਦੀ ਤਰਜਮਾਨ ਬਣਾ ਦਿੰਦੀ ਹੈ। ਦੋਸਤੋ, ਸ਼ਿਵ ਦੇ ਜੀਵਨ ਤੇ ਉਸ ਦੀ ਕਵਿਤਾ ਬਾਰੇ ਲੇਖਕ ਵੱਲੋਂ ਸਿਰਜੇ ਬਰਤਾਂਤ ਦੀ ਰੋਚਕ ਤੇ ਮੁਹਾਵਰੇਦਾਰ ਭਾਸ਼ਾ ਪਾਠਕੀ ਦਿਲਚਸਪੀਆਂ ਨੂੰ ਆਪਣੇ ਨਾਲ ਜੋੜਨ 'ਚ ਪੂਰੀ ਤਰ੍ਹਾਂ ਸਫਲ ਹੈ। ਇਸ ਪੁਸਤਕ ਵਿਚਲੀਆਂ ਕੁਝ ਜਾਣਕਾਰੀਆਂ ਪਾਠਕਾਂ ਲਈ ਬਿਲਕੁਲ ਨਵੀਆਂ ਨੇ। ਇਸ ਪੁਸਤਕ ਵਿੱਚ ਉਸ ਦੇ ਸਾਹਿਤ ਅਕਾਦਮੀ ਅਵਾਰਡ ਪ੍ਰਾਪਤ ਮਹਾਕਾਵ ਲੂਣਾ ਦਾ ਜ਼ਿਕਰ ਤਾਂ ਹੋਇਆ ਹੈ, ਪਰ ਉਸ ਦੇ ਸਾਹਿਤਕ ਕੱਦ ਨੂੰ ਬੁਲੰਦੀਆਂ 'ਤੇ ਲਿਜਾਣ ਵਾਲੀ ਇਸ ਪੁਸਤਕ ਬਾਰੇ ਹੋਰ ਗੰਭੀਰ ਚਰਚਾ ਕੀਤੇ ਜਾਣ ਦੀ ਲੋੜ ਸੀ। ਪੁਸਤਕ ਦੇ ਟਾਈਟਲ 'ਤੇ ਸ਼ਿਵ ਦੇ ਬੰਸਰੀ ਵਜਾਉਂਦੇ ਦੀ ਬਹੁਤ ਪ੍ਰਸਿੱਧ ਹੋਈ ਫੋਟੋ ਲਾਏ ਜਾਣ ਦੇ ਬਾਵਜੂਦ ਇਸ ਦੀ ਬਾਹਰੀ ਦਿੱਖ ਵਧੇਰੇ ਕਲਾਤਮਕ ਨਹੀਂ ਬਣ ਸਕੀ। ਚੰਗਾ ਹੋਵੇ ਜੇ ਡਾਕਟਰ ਕਾਲੋ ਇਸ ਪੁਸਤਕ ਦਾ ਦੂਜਾ ਐਡੀਸ਼ਨ ਕਿਸੇ ਪੇਸ਼ਾਵਰ ਪ੍ਰਕਾਸ਼ਕ ਕੋਲੋਂ ਹੀ ਛਪਵਾਵੇ। ਧੰਨਵਾਦ।